ਹਰਿਆਣਾ ਦੀ ਵੱਖਰੀ ਕਮੇਟੀ ਖਿਲਾਫ ਐਜੀਪੀਸੀ ਨੇ ਸੰਘਰਸ਼ ਵਿੱਢ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਮਾਰਚ ਕੱਢਿਆ ਗਿਆ ਹੈ। ਇਹ 3 ਥਾਵਾਂ ਤੋਂ ਮਾਰਚ ਕੱਢੇ ਗਏ ਸੀ ਜੋ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਸੰਪੰਨ ਹੋਏ। ਦਾ ਲੀਰੋ ਲੀਰੇ ਹੋ ਗਏ। ਸਾਧੂਵਾਲ ਸਾਹਿਬ ਪ੍ਰਧਾਨ, ਕਦੇ ਝੀਂਡਾ ਸਾਹਿਬ ਪ੍ਰਧਾਨ, ਕਦੇ ਅਰੋੜਾ ਸਾਹਿਬ ਪ੍ਰਧਾਨ। ਸ਼ਕਤੀਆਂ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋੜਨਾ ਚਾਹੁੰਦੀਆਂ ਨੇ। ਉਹਨਾਂ ਸ਼ਕਤੀਆਂ ਨੂੰ ਇਹ ਖਾਲਸਾ ਮਾਰਚ ਤੇ ਨਾਕਾਮ ਕਰੇਗਾ ਤੇ ਸ਼ਰਮਸਾਰ ਕਰੇਗਾ। ਤਾਂ ਇਹਨਾਂ ਸੰਸਥਾਵਾਂ ਦੇ ਇਹ ਹਾਲਾਤ ਨਾ ਹੋਣ, ਉਹਨਾਂ ਨੂੰ ਡਰ ਸਤਾ ਰਿਹਾ ਬਾਦਲ ਪਰਿਵਾਰ ਨੂੰ ਕਿ ਉਹਨਾਂ ਕੋਲੇ ਪੰਜਾਬ ਦੀ ਸੱਤਾ ਨਹੀਂ ਰਹੀ ਸਿਆਸੀ। ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਖਰੀ ਬਣ ਗਈ ਆ, ਤਾਂ ਉਹਨਾਂ ਨੂੰ ਡਰ ਸਤਾ ਰਿਹਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਉਹਨਾਂ ਦੇ ਪ੍ਰਬੰਧ ਹੇਠੋਂ ਨਾ ਨਿਕਲ ਜਾਵੇ। ਹਰਿਆਣਾ ਦੀ ਵੱਖਰੀ ਕਮੇਟੀ ਨੂੰ ਸੁਪਰੀਮ ਕੋਰਟ ਤੋਂ ਮਾਨਤਾ ਮਿਲਣ ਖਿਲਾਫ ਐਸਜੀਪੀਸੀ ਨੇ ਸੰਘਰਸ਼ ਵਿੱਢ ਦਿੱਤਾ ਹੈ। ਕੇਸਰੀ ਤੇ ਕਾਲੇ ਝੰਡਿਆਂ ਨਾਲ ਸ਼ੁਰੂ ਹੋਇਆ ਇਹ ਖਾਲਸਾ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਨਾਲ ਸੰਪੰਨ ਹੋਇਆ। 3 ਥਾਵਾਂ ਤੋਂ ਖਾਲਸਾ ਮਾਰਚ ਦੀ ਸ਼ੁਰੂਆਤ ਹੋਈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਅੰਬਾਲਾ ਸਥਿਤ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਤੋਂ ਅਰਦਾਸ ਦੇ ਨਾਲ ਖਾਲਸਾ ਮਾਰਚ ਦੀ ਸ਼ੁਰੂਆਤ ਕੀਤੀ ਗਈ। ਹਾਲ ਹੀ 'ਚ ਸੁਪਰੀਮ ਕੋਰਟ ਨੇ ਹਰਿਆਣਾ ਦੀ ਵੱਖਰੀ ਕਮੇਟੀ ਦੀ ਕਾਨੂੰਨੀ ਮਾਨਤਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ, ਜਿਸ ਨੂੰ ਐਸਜੀਪੀਸੀ ਨੇ ਪੰਥ ਤੇ ਵੱਡਾ ਹਮਲਾ ਕਰਾਰ ਦਿੰਦਿਆਂ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਐਸਜੀਪੀਸੀ ਦੇ ਖਾਲਸਾ ਮਾਰਚ 'ਚ ਅਕਾਲੀ ਦਲ ਦੇ ਲੀਡਰ ਵੀ ਸ਼ਾਮਲ ਹੋਏ। ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਏ ਖਾਲਸਾ ਮਾਰਚ 'ਚ ਪ੍ਰਧਾਨ ਸੁਖਬੀਰ ਬਾਦਲ ਨੇ ਹਿੱਸਾ ਲਿਆ। ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਫੈਸਲੇ ਅਕਾਲ ਤਖਤ ਕਰਦਾ, ਸਿੱਖਾਂ ਦੇ ਫੈਸਲੇ ਪੰਜ ਸਿੰਘ ਸਹਿਬਾਨ ਕਰਦੇ ਆ। ਜੇ ਆਪਾਂ ਗਵਰਨਮੈਂਟ ਦੀ ਟੇਕ ਰੱਖਾਂਗੇ, ਅੱਜ ਗਵਰਨਮੈਂਟ ਤੁਹਾਡੇ ਨਾਲ ਆ, ਕੱਲ ਨੂੰ ਗਵਰਨਮੈਂਟ ਤੁਹਾਡੇ ਖਿਲਾਫ ਵੀ ਹੋ ਸਕਦੀ ਹੈ। ਤੇ ਮੈਂ ਸਮਝਦਾ ਬਈ ਹਰਿਆਣੇ ਦੇ ਸਿੱਖ ਦਾ ਲੀਰੋ ਲੀਰੇ ਹੋ ਗਏ। ਕਦੇ ਦਾਦੂਵਾਲ ਸਾਹਿਬ ਪ੍ਰਧਾਨ, ਕਦੇ ਝੀਂਡਾ ਸਾਹਿਬ ਪ੍ਰਧਾਨ, ਕਦੇ ਅਰੋੜਾ ਸਾਹਿਬ ਪ੍ਰਧਾਨ ਤੇ ਨਾਲਵੀ ਸਾਹਿਬ ਵੀ ਕਲੇਮ ਕਰਦੇ ਆ। ਜੇ ਸਿੱਖ ਆਪਣੇ ਧੁਰੇ ਦੇ ਨਾਲ ਜੁੜੂਗਾ, ਸੁਖੀ ਰਹੂਗਾ। ਸਿਆਸਤਦਾਨਾਂ ਨੇ ਇਹ ਵਿੱਚ ਦੇ ਵੜ ਕੇ ਘਸਪੈਠ ਕਰਕੇ ਸਿੱਖ ਸ਼ਕਤੀ ਦਾ ਨੁਕਸਾਨ ਕਰਨਾ ਹੈ, ਮੇਰਾ ਮੰਨਣਾ। ਸੰਸਥਾ ਕਿਸੇ ਦੀ ਨਿੱਜੀ ਸੰਸਥਾ ਨਹੀਂ ਹੈ, ਪੰਥੀ ਸੰਸਥਾ ਹੈ। ਸੋ ਇਸ ਕਰਕੇ ਆ ਇੱਕ ਬਹੁਤ ਵੱਡਾ ਹਮਲਾ ਪੰਥ ਤੇ ਹੋਇਆ ਹੈ। ਪਰ ਮੈਂ ਬੇਨਤੀ ਕਰਦਾ ਸਮੁੱਚੇ ਪੰਥ ਨੂੰ, ਤੁਹਾਨੂੰ ਜਾਗਰੂਕ ਹੋਣਾ ਪੈਣਾ ਹੈ। ਆ ਲੜਾਈ ਇਕੱਲੇ ਇੱਕ ਧਿਰ ਜਾਂ ਦੂਜੇ ਧਿਰ ਨਹੀਂ ਲੜ ਸਕਦੀ, ਸਾਰਿਆਂ ਨੂੰ ਇਕੱਠੇ ਹੋ ਕੇ ਲੜ। ਜਿਹੜਾ ਖਾਲਸਾ ਮਾਰਚ ਆ ਇਹ ਸਮੁੱਚੀ ਖਾਲਸਾ ਪੰਥ ਦੇ ਇੱਕ ਜੁੜਤਾ, ਇੱਕ ਮੁੜਤਾ, ਇੱਕ ਸੁਰਤਾ ਦਾ ਪ੍ਰਗਟਾਵਾ ਕਰ ਰਿਹਾ। ਇਹ ਖਾਲਸਾ ਮਾਰਚ ਉਹਨਾਂ ਸ਼ਕਤੀਆਂ ਨੂੰ ਨਾਕਾਮ ਕਰ ਰਿਹਾ ਜਿਹੜੀਆਂ ਸ਼ਕਤੀਆਂ ਖਾਲਸਾ ਪੰਥ ਨੂੰ ਵੰਡਣ ਲਈ, ਖਾਲਸਾ ਪੰਥ 'ਚ ਭਰਾ ਮਾਰੂ ਜੰਗ ਕਰਾਉਣ ਲਈ ਰਚੀਆਂ ਗਈਆਂ। ਜਿਹੜੀਆਂ ਸ਼ਕਤੀਆਂ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋੜਨਾ ਚਾਹੁੰਦੀਆਂ ਨੇ, ਉਹਨਾਂ ਸ਼ਕਤੀਆਂ ਨੂੰ ਇਹ ਖਾਲਸਾ ਮਾਰਚ ਤੇ ਨਾਕਾਮ ਕਰੇਗਾ ਤੇ ਸ਼ਰਮਸਾਰ ਕਰੇਗਾ। 20 ਸਤੰਬਰ ਨੂੰ ਸੁਪਰੀਮ ਕੋਰਟ ਨੇ ਐਸਜੀਪੀਸੀ ਦੀ ਪਟੀਸ਼ਨ ਖਾਰਜ ਕਰਦਿਆਂ ਹਰਿਆਣਾ ਦੀ ਵੱਖਰੀ ਕਮੇਟੀ ਦੀ ਕਾਨੂੰਨੀ ਮਾਨਤਾ ਨੂੰ ਬਰਕਰਾਰ ਰੱਖਿਆ ਸੀ। ਪਰ ਐਸਜੀਪੀਸੀ ਨੇ ਫੈਸਲੇ ਖਿਲਾਫ ਕਾਨੂੰਨੀ ਲੜਾਈ ਲੜਨ ਦੇ ਨਾਲ-ਨਾਲ ਪੰਥ ਨੂੰ ਇਕਜੁੱਟ ਕਰਨ ਦੇ ਲਈ ਸੰਘਰਸ਼ ਵਿੱਢ ਦਿੱਤਾ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਅੱਗੇ ਹੋਰ ਵੀ ਵੱਡੇ ਸੰਘਰਸ਼ ਉਲੀਕੇ ਜਾਣ ਦੀ ਤਿਆਰੀ ਹੈ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਹਰਿਆਣਾ ਕਮੇਟੀ ਦੀਆਂ ਸਰਗਰਮੀਆਂ ਦੇ ਬਾਰੇ ਜਾਣਾਂਗੇ। ਉਧਰ ਹਰਿਆਣਾ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਨਾਡਾ ਸਾਹਿਬ ਵਿਖੇ ਅਖੰਡ ਪਾਠ ਸ਼ੁਰੂ ਕਰਵਾਏ ਗਏ। ਸਮਾਗਮਾਂ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵੀ ਪਹੁੰਚੇ। ਇੱਕ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਐਸਜੀਪੀਸੀ ਨੇ ਖਾਲਸਾ ਮਾਰਚ ਕੱਢਿਆ ਤਾਂ ਦੂਜੇ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਦੀ ਖੁਸ਼ੀ 'ਚ ਅਖੰਡ ਪਾਠ ਸ਼ੁਰੂ ਕਰਵਾਏ ਗਏ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੀ ਇਸ ਮੌਕੇ ਮੌਜੂਦ ਰਹੇ। ਐਲਾਨ ਕੀਤਾ ਕਿ ਜਲਦ ਐਚਐਸਜੀਪੀਸੀ ਦੀ ਐਡਹੌਕ ਕਮੇਟੀ ਬਣੇਗੀ। ਦਰਅਸਲ ਐਚਐਸਜੀਪੀਸੀ ਦੇ ਪ੍ਰਧਾਨ ਅਹੁਦੇ ਤੇ ਰੇੜਕਾ ਬਰਕਰਾਰ ਹੈ। ਜਗਦੀਸ਼ ਝੀਂਡਾ ਤੇ ਦਾਦੂਵਾਲ ਸਣੇ कई लोग प्रधान औहदे की दावेदारी ठोक रहे हैं। नई एडहॉक कमेटी बनाने का एक प्रावधान हम करेंगे। जो नई कमेटी बनेगी उसमें फिर सबसे विचार विमर्श करके और जो भी कमेटी में सदस्य या प्रधान रखने होंगे वो अगले नए चुनाव तक एडहॉक कमेटी रहेगी। अभी जब तक नई एडहॉक कमेटी नहीं बनती तब तक तो जो पहले चल के चलेगी। हालांकि इस मौके हरियाणा के सीएम की शमूलियत ते अकाली दल ने सवाल चुके तो दादूवाल ने भी एसजीपीसी वालों कड्डे खालसा मार्च अकाली लीडरां की शमूलियत ते सवाल चुक मोड़वा जवाब दिता।
ਮੈਂ ਕਹਿੰਦਾ ਖੱਟਰ ਸਾਹਿਬ ਨੂੰ ਮੁੱਖ ਮੰਤਰੀ ਬਣਿਆ ਨੂੰ ਕਿੰਨੀ ਦੇਰ ਹੋ ਗਈ, ਅੱਜ ਤੱਕ ਤਾਂ ਕਦੇ ਉਹਨਾਂ ਨੇ ਇਸ ਤਰ੍ਹਾਂ ਦੇ ਅਖੰਡ ਪਾਠ ਸਾਹਿਬ ਰੱਖ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਰੱਖੇ। ਇਹੀ ਤਾਂ ਸਾਜ਼ਿਸ਼ ਆ, ਇਹੀ ਤਾਂ ਇੱਕ ਚਾਲ ਆ, ਇਹੀ ਤਾਂ ਇੱਕ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਵਿੱਚ ਦਫੇੜ ਪਾਉਣ ਦੀ, ਸਿੱਖਾਂ ਵਿੱਚ ਭਰਾਵਾਂ ਜੰਗ ਕਰਾਉਣ ਦੀ ਇੱਕ ਚਾਲ ਆ। ਸੋ ਇਸੇ ਚਾਲ ਨੂੰ ਨਾਕਾਮ ਕਰਨ ਲਈ ਅਸੀਂ ਖਾਲਸਾ ਮਾਰਚ ਜਿਹੜਾ ਹੈ ਇਹ ਸ਼ੁਰੂ ਕੀਤਾ ਸੀ, ਤਾਂ ਕਿ ਸਿੱਖ ਸ਼ਕਤੀ ਦਾ, ਸਿੱਖਾਂ ਦੀ ਏਕਤਾ ਦਾ, ਸਿੱਖਾਂ ਦੀ ਇਕਮੁੱਠਤਾ ਦਾ ਪ੍ਰਗਟਾਵਾ ਹੋ ਸਕੇ ਤੇ ਉਹਨਾਂ ਸ਼ਕਤੀਆਂ ਨੂੰ ਸ਼ਰਮਸਾਰ ਹੋਣਾ ਪਵੇ ਜਿਹੜੀਆਂ ਸਾਨੂੰ ਤੋੜਨਾ ਚਾਹੁੰਦੀਆਂ ਨੇ, ਜਿਹੜੀਆਂ ਸਾਨੂੰ ਲੜਾਉਣਾ ਚਾਹੁੰਦੀਆਂ। ਮਾਨਤਾ ਨੂੰ ਜਿਹੜਾ ਹੈਗਾ ਉਹ ਮੰਨਣਾ ਚਾਹੀਦਾ, ਔਰ ਜੋ ਉਹਨਾਂ ਵੱਲੋਂ ਮਾਰਚ ਕੀਤੇ ਜਾ ਰਹੇ ਆ, ਮੈਂ ਸਮਝਦਾ ਕਿ ਉਹ ਹਰਿਆਣਾ ਕਮੇਟੀ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਗਰਾਊਂਡ ਤਿਆਰ ਕਰ ਰਹੇ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿਛਲੇ 11 ਸਾਲ ਤੋਂ ਇਲੈਕਸ਼ਨ ਨਹੀਂ ਹੋਈ। 11 ਸਾਲ ਪਹਿਲਾਂ ਹੋਈ ਸੀ ਤਾਂ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਝਦੀ ਹੈ, ਜਿਹੜਾ ਉਸ ਤੇ ਕਾਬਜ ਬਾਦਲ ਪਰਿਵਾਰ ਹੈ ਉਹ ਸਮਝਦਾ ਹੈ ਕਿ ਹਰਿਆਣੇ ਦੀ ਕਮੇਟੀ ਦਾ ਫੈਸਲਾ ਉਹਦੇ ਵਿੱਚ ਰੁਕਾਵਟ ਸੀ ਤੇ ਹੁਣ ਉਹ ਫੈਸਲਾ ਹਰਿਆਣੇ ਦੇ ਹੱਕ 'ਚ ਆ ਚੁੱਕਾ ਹੈ। ਹੁਣ ਕਿਸੇ ਵੇਲੇ ਵੀ ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਸਕਦੀ ਹੈ, ਤਾਂ ਇਸ ਨਾਂ ਦੇ ਉੱਤੇ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ। ਉਹਨਾਂ ਨੂੰ ਡਰ ਸਤਾ ਰਿਹਾ ਬਾਦਲ ਪਰਿਵਾਰ ਨੂੰ ਕਿ ਉਹਨਾਂ ਕੋਲੇ ਪੰਜਾਬ ਦੀ ਸੱਤਾ ਨਹੀਂ ਰਹੀ, ਸਿਆਸੀ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਦੇ ਕਬਜ਼ੇ 'ਚ ਨਹੀਂ ਰਹੀ, ਔਰ ਦਿੱਲੀ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਖਰਾ ਬਣ ਗਿਆ। ਹਰਿਆਣੇ ਦੇ ਸਿੱਖਾਂ ਨੇ ਵੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦਾ ਐਲਾਨ ਕਰ ਦਿੱਤਾ। ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਖਰੀ ਬਣ ਗਈ ਹੈ, ਤਾਂ ਉਹਨਾਂ ਨੂੰ ਡਰ ਸਤਾ ਰਿਹਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਉਹਨਾਂ ਦੇ ਪ੍ਰਬੰਧ ਹੇਠੋਂ ਨਾ ਨਿਕਲ ਜਾਵੇ। ਇਸ ਕਾਰਨ ਕਰਕੇ ਬਾਦਲ ਪਰਿਵਾਰ ਇਹ ਜਿਹੜੀ ਕਸਰਤ ਕਰ ਰਿਹਾ ਤੇ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਸਰਤ ਕਰ ਰਹੀ ਹੈ। ਸਾਲ ਪੁਰਾਣੀ ਸੰਸਥਾ ਜੋ ਆਪਣੀ ਕੌਮ ਦੀ ਪਾਰਲੀਮੈਂਟ ਹੈ ਉਹਨੂੰ ਤੋੜਨ ਦੀ ਜਿਹੜੀ ਸਾਜ਼ਿਸ਼ ਹੈ, ਨਿਸ਼ਾਨਾ ਇੱਕੋ ਇੱਕ ਹੈ, ਕਿਉਂਕਿ ਸਿੱਖ ਪੰਥ ਨੂੰ ਇੱਥੋਂ ਸ਼ਕਤੀ ਮਿਲਦੀ ਹੈ। ਆਪਣੀ ਕੌਮ ਦੀ ਹਿੰਦੁਸਤਾਨ 'ਚ ਨਹੀਂ, ਦੁਨੀਆ ਜਿੱਥੇ ਵੀ ਆਪਣਾ ਭੈਣ ਭਰਾ ਬਸੇ ਹੈ, ਸਾਰੀ ਕੌਮ ਦੀ ਪਾਰਲੀਮੈਂਟ ਹੈ, ਸਿੱਖ ਕੌਮ ਦੀ ਤਾਕਤ ਹੈ। ਸੋ ਉਹਨਾਂ ਨੇ ਸੋਚਿਆ ਕਿ ਇਹਨੂੰ ਸਿੱਖ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਦਾ ਇੱਕੋ ਤਰੀਕਾ ਹੈ ਕਿ ਇਸ ਕਮੇਟੀ ਨੂੰ ਤੋੜਿਆ ਜਾਏ। ਸੋ ਇਸ ਕਰਕੇ ਅਸੀਂ ਸਮੁੱਚੀ ਪੰਥ ਕਿਤੇ ਬਰਦਾਸ਼ਤ ਨਹੀਂ ਕਰ ਸਕਦਾ, पूरी लड़ाई लड़ांगे दोनों कानूनी। कभी कहते हो कि जज ने जो फैसला लिया वो आरएसएस का आदमी है, तो यदि आपको ये मालूम था कि आरएसएस का आदमी जज है तो आप बदलवा देते। तो वहीं बीजेपी के साथ आज आपको सेंट्रल सरकार भी बुरी लगने लगी, बीजेपी भी बुरी लगने लगी, आरएसएस भी बुरी लगने लगी। जब आप 5 बार मुख्यमंत्री बने तो बीजेपी भी आपके साथ रही, आरएसएस उस टाइम तो बड़ाई करने नहीं थकते थे, लोग कहते थे भी आप बीजेपी। तो जब बीजेपी का आपने साथ छोड़ा तो आपके 3 एमएलए नहीं बन पाए। वीर बादल तू आंसू बहाना चाहता है ना, जब तेरे आंसू ख़त्म हो जाएंगे ना तो मैं रुमाल भेज दूंगा, तो अपने आंसू पूछ लेगा। ਇੱਕ ਪਾਸੇ ਐਸਜੀਪੀਸੀ ਪੰਥ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚਣ ਦੇ ਇਲਜ਼ਾਮ ਲਗਾ ਰਹੀ ਹੈ ਤਾਂ ਉਧਰ ਹਰਿਆਣਾ ਕਮੇਟੀ ਨੇ ਐਸਜੀਪੀਸੀ ਤੇ ਹੀ ਸਵਾਲ ਖੜੇ ਕੀਤੇ ਨੇ। ਸੁਪਰੀਮ ਕੋਰਟ ਦੇ ਫੈਸਲੇ ਸਣੇ ਐਸਜੀਪੀਸੀ ਦਾ ਇਤਰਾਜ਼ ਜਾਣਦੇ ਹਾਂ। दरअसल 23 सितंबर ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ। ਸੁਪਰੀਮ ਕੋਰਟ ਨੇ ਐਜੀਪੀਸੀ ਨੂੰ ਝਟਕਾ ਦਿੰਦਿਆਂ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਨੂੰ ਬਰਕਰਾਰ ਰੱਖਿਆ ਸੀ। ਜਸਟਿਸ ਹੇਸੰਤ ਗੁਪਤਾ ਅਤੇ ਜਸਟਿਸ ਵਿਕਰਮ ਨਾਥ ਦੀ ਬੈਂਚ ਨੇ ਹਰਿਆਣਾ ਸਰਕਾਰ ਦੇ ਪੱਖ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਐਕਟ ਦੀ ਸੰਵਿਧਾਨਿਕਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ। ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਇਹ ਮਾਮਲਾ ਆਖਰ ਹੈ ਕੀ ਹੈ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦਾ ਪ੍ਰਬੰਧ ਐਜੀਪੀਸੀ ਕਰਦੀ ਆਈ ਹੈ। ਸ਼੍ਰੋਮਣੀ ਕਮੇਟੀ ਦਾ ਗਠਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਤਹਿਤ ਕੀਤਾ ਗਿਆ। ਕਈ ਦਹਾਕਿਆਂ ਤੋਂ ਹਰਿਆਣਾ ਦੇ ਸਿੱਖ ਵੱਖਰੀ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਸਨ। ਹਰਿਆਣਾ ਦੇ ਸਿੱਖਾਂ ਦੇ ਇਲਜ਼ਾਮ ਸੀ ਕਿ ਸ਼੍ਰੋਮਣੀ ਕਮੇਟੀ ਹਰਿਆਣਾ ਨਾਲ ਮਤਭੇਦ ਕਰਦੀ ਹੈ। ਹਰਿਆਣਾ ਦੇ ਲੋਕਾਂ ਦੀ ਮੰਗ ਮੁਤਾਬਕ ਹੁੱਡਾ ਸਰਕਾਰ ਨੇ 2014 'ਚ ਹਰਿਆਣਾ ਗੁਰਦੁਆਰਾ ਐਕਟ ਪਾਸ ਕਰ ਦਿੱਤਾ। ਹਰਿਆਣਾ ਕਮੇਟੀ ਦੀ ਹੋਂਦ ਨੂੰ ਚੁਣੌਤੀ ਦੇਣ ਲਈ ਇਸ ਹਰਿਆਣੇ ਦੇ ਐਕਟ ਖਿਲਾਫ ਪਟੀਸ਼ਨ ਪਾਈ ਗਈ। ਐਜੀਪੀਸੀ ਮੈਂਬਰ ਹਰਭਜਨ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਪਟੀਸ਼ਨ ਵਿੱਚ ਹਰਿਆਣਾ ਸਰਕਾਰ ਵੱਲੋਂ ਬਣਾਏ ਐਕਟ ਨੂੰ ਚੁਣੌਤੀ ਦਿੱਤੀ ਗਈ ਸੀ। 8 ਸਾਲ ਤੱਕ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੀ ਡਬਲ ਬੈਂਚ ਨੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਹਰਿਆਣਾ ਦੇ ਐਕਟ ਖਿਲਾਫ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਅਤੇ ਵੱਖਰੀ ਕਮੇਟੀ ਬਣੀ ਰਹੇਗੀ।
ਸੁਪਰੀਮ ਕੋਰਟ ਨੇ ਇਸ ਤਰਕ ਨੂੰ ਵੀ ਖਾਰਜ ਕੀਤਾ ਸੀ ਕਿ ਹਰਿਆਣਾ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਸੰਚਾਲਿਤ ਗੁਰਦੁਆਰਿਆਂ ਤੇ ਕੰਟਰੋਲ ਹਾਸਲ ਕਰਨਾ ਚਾਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲੱਗੇ ਪੈਸੇ ਦੇ ਮਸਲੇ ਤੇ ਤਾਂ ਜਵਾਬ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਦਿੱਤਾ ਗਿਆ। ਇਹ ਗੋਲਕ ਦਾ ਕੋਈ ਮਸਲਾ ਨਹੀਂ, ਪੈਸੇ ਦਾ ਕੋਈ ਮਸਲਾ ਨਹੀਂ। ਪੈਸੇ ਦਾ ਗੁਰੂ ਰਾਮਦਾਸ ਦੇ ਦਰ ਤੇ ਹੋਰ ਆ ਜਾਣੇ ਜਿੰਨੇ ਕੋ ਨਹੀਂ ਭੇਜਦੇ ਸੀ, ਉਦੋਂ ਜ਼ਿਆਦਾ ਕਿਤੇ ਇੱਥੇ ਆ ਜਾਂਦੇ ਆ। ਇਹ ਆਇਡੈਂਟੀਟੀ ਦਾ ਮਸਲਾ ਜਿਹੜਾ ਮੇਰੇ ਵੀਰ ਨੇ ਕਿਹਾ, ਕਿਉਂਕਿ ਕਿੰਤੂ ਕਰਨੇ ਬੜੇ ਸਖਾਲੇ ਪਰ ਕਿੰਤੂਆਂ ਦੇ ਵਿੱਚ ਹੀ ਨਾ ਕਿ ਹੱਲ ਕੱਢਣੇ। ਉਸ ਵੇਲੇ ਕਹਿੰਦੇ ਮਨੁੱਖ ਕਿਹੜਾ ਜਿਹੜਾ ਚੈਲੰਜ ਵੇਲੇ ਚੈਲੰਜ ਨੂੰ ਕਬੂਲ ਕਰੇ। ਅੱਜ ਸਿੱਖ ਕੌਮ ਤੇ ਚੈਲੰਜ ਆ ਤੇ ਉਸ ਚੈਲੰਜ ਨੂੰ ਜੇ ਤੁਸੀਂ ਕਬੂਲ ਕਰਕੇ ਉਹਦੇ ਵਿੱਚ ਹੀ ਨਿਕਲ ਗਏ, ਤੁਹਾਡਾ 2022 ਦਾ ਹਾਊਸ ਸਨਮਾਨਿਆ ਜਾਊ, ਇਤਿਹਾਸ ਲਿਖਿਆ ਜਾਊ ਕਿ ਇਹਨਾਂ ਮਰਜੀਵੜਿਆਂ ਨੇ ਉਸ ਲੜਾਈ ਦੇ ਵਿੱਚ ਲੜ ਕੇ ਅੱਜ ਪੁਰਾਣਾ ਜਿਹੜਾ ਆਪਣਾ ਵਿਰਸਾ ਉਹਨੂੰ ਬਹਾਲ ਰੱਖਿਆ। ਇੱਥੇ ਇੱਕ ਹੋਰ ਬ੍ਰੇਕ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਜਾਣਾਂਗੇ ਹਰਿਆਣਾ ਕਮੇਟੀ ਕਿਵੇਂ ਹੋਂਦ ਦੇ ਵਿੱਚ ਆਈ। ਹਰਿਆਣਾ ਕਮੇਟੀ ਅਤੇ ਐਜੀਪੀਸੀ ਦੇ ਵਿਚਾਲੇ ਵਿਵਾਦ ਕਈ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। ਜਿਵੇਂ ਹੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, ਵੱਡਾ ਵਖੇੜਾ ਖੜਾ ਹੋ ਗਿਆ। ਇੱਥੇ ਜਾਣਦੇ ਆਖਰ ਹਰਿਆਣਾ ਗੁਰਦੁਆਰਾ ਕਮੇਟੀ ਕਿਵੇਂ ਹੋਂਦ ਦੇ ਵਿੱਚ ਆਈ। ਸੁਪਰੀਮ ਕੋਰਟ ਨੇ ਆਪਣੇ ਅਹਿਮ ਫੈਸਲੇ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਨੂੰ ਮਾਨਤਾ ਦਿੱਤੀ ਹੈ। ਹਰਿਆਣਾ ਦੇ ਸਿੱਖਾਂ ਵੱਲੋਂ ਸੂਬੇ ਦੀ ਵੱਖਰੀ ਕਮੇਟੀ ਦੀ ਮੰਗ ਪਿਛਲੇ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਸੀ। ਹਰਿਆਣਾ ਦੇ ਕਈ ਸਿੱਖ ਲੀਡਰਾਂ ਦਾ ਇਲਜ਼ਾਮ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਸਿੱਖਾਂ ਦੇ ਨਾਲ ਮਤਭੇਦ ਕਰਦੀ ਹੈ। ਇਸ ਦਾ ਵਿਰੋਧ ਕਰਨ ਦੇ ਲਈ ਵੱਖ-ਵੱਖ ਹੱਥਕੰਡੇ ਵੀ ਅਪਣਾਏ ਗਏ। ਹਰਿਆਣਾ ਸਰਕਾਰ ਵੱਲੋਂ 2014 ਚ ਬਣਾਏ ਗਏ ਗੁਰਦੁਆਰਾ ਪ੍ਰਬੰਧਕ ਐਕਟ ਨੂੰ ਸਾਲ 2019 ਦੇ ਵਿੱਚ ਐਸਜੀਪੀਸੀ ਨੇ ਵੀ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ। ਹਰਿਆਣਾ ਦੇ ਕਾਨੂੰਨ ਨੂੰ ਸਿੱਖ ਗੁਰਦੁਆਰਾ ਐਕਟ 1925, ਰਾਜ ਪੁਨਰਗਠਨ ਐਕਟ 1956, ਪੰਜਾਬ ਪੁਨਰ ਐਕਟ 1966 ਦੇ ਨਾਲ-ਨਾਲ ਇੰਟਰਸਟੇਟ ਨਿਗਮ ਐਕਟ 1957 ਦੇ ਉਲੰਘਣ ਦੇ ਰੂਪ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਦੋਨਾਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਹਰਿਆਣਾ ਸਰਕਾਰ ਦੇ ਐਕਟ ਨੂੰ ਸਹੀ ਠਹਿਰਾ ਦਿੱਤਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਹਰਿਆਣਾ ਦੀ ਵੱਖਰੀ ਕਮੇਟੀ ਕਦੋਂ ਅਤੇ ਕਿਉਂ ਬਣਾਈ ਗਈ ਸੀ। 26 ਜੁਲਾਈ 2014 ਨੂੰ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ 'ਚ ਆਈ। ਜਗਦੀਸ਼ ਸਿੰਘ ਝਿੰਡਾ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ। ਵੱਖਰੀ ਕਮੇਟੀ ਬਣਾਏ ਜਾਣ ਬਾਅਦ ਐਸਜੀਪੀਸੀ ਨੇ ਅਦਾਲਤ ਦਾ ਰੁਖ ਕੀਤਾ। ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਐਕਟ 2014 ਨੂੰ ਚੁਣੌਤੀ ਦਿੱਤੀ। ਸਿੱਖਾਂ ਦੀ ਮੰਗ ਨੂੰ ਲੈ ਕੇ ਭੁਪਿੰਦਰ ਹੁੱਡਾ ਦੀ ਸਰਕਾਰ ਨੇ ਕਮੇਟੀਆਂ ਦਾ ਗਠਨ ਕੀਤਾ ਸੀ। ਹਰਮੋਹਿੰਦਰ ਸਿੰਘ ਚੱਠਾ ਤੇ ਰਣਦੀਪ ਸੁਰਜੇਵਾਲਾ ਦੀ ਅਗਵਾਈ 'ਚ ਕਮੇਟੀਆਂ ਬਣੀਆਂ। ਕਮੇਟੀਆਂ ਨੇ ਹਰਿਆਣਾ ਦੇ ਸਿੱਖਾਂ ਦੇ ਨਾਲ ਬੈਠਕਾਂ ਕਰਨ ਬਾਅਦ ਵੱਖਰੀ ਕਮੇਟੀ ਬਣਾਉਣ ਦੀ ਸਿਫਾਰਿਸ਼ ਕੀਤੀ। ਹਰਿਆਣਾ ਵਿਧਾਨ ਸਭਾ ਨੇ ਵੱਖਰੀ ਕਮੇਟੀ ਬਣਾਉਣ ਬਾਬਤ ਬਿੱਲ ਪਾਸ ਕੀਤਾ। ਹੁਣ ਇੱਕ ਹੋਰ ਬ੍ਰੇਕ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਐਜੀਪੀਸੀ ਦੇ ਇਤਿਹਾਸ ਦੇ ਬਾਰੇ ਜਾਣਾਂਗੇ। ਐਜੀਪੀਸੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ। ਵੱਡੀਆਂ ਕੁਰਬਾਨੀਆਂ ਤੋਂ ਬਾਅਦ ਐਜੀਪੀਸੀ ਹੋਂਦ ਦੇ ਵਿੱਚ ਆਈ ਹੈ। ਅਜਿਹੇ ਦੇ ਵਿੱਚ ਐਜੀਪੀਸੀ ਦੇ ਮਾਣਮੱਤੀ ਇਤਿਹਾਸ ਦੇ ਬਾਰੇ ਜਾਣਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਗੁਰੂ ਘਰਾਂ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ 'ਚੋਂ ਨਿਕਲ ਕੇ ਸੰਗਤੀ ਹੱਥਾਂ 'ਚ ਆਉਣ ਦਾ ਉਹ ਸਫ਼ਰ ਹੈ ਜਿਸ ਨੂੰ ਤੈਅ ਕਰਨ ਦੇ ਲਈ ਸਿੱਖ ਕੌਮ ਨੂੰ ਅਨੇਕਾਂ ਸ਼ਹਾਦਤਾਂ ਦੇਣੀਆਂ ਪਈਆਂ। ਸ਼੍ਰੋਮਣੀ ਕਮੇਟੀ ਦੀ ਹੋਂਦ 'ਚ ਆਉਣ ਤੋਂ ਪਹਿਲਾਂ ਆਚਰਣਹੀਨ ਮਹੰਤਾਂ ਵੱਲੋਂ ਗੁਰੂ ਘਰਾਂ ਅੰਦਰ ਕੀਤੀਆਂ ਜਾਂਦੀਆਂ ਮਨਮਾਨੀਆਂ ਦੇ ਖਾਤਮੇ ਦੇ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਿੱਖਾਂ ਨੇ ਕਰੜਾ ਸੰਘਰਸ਼ ਕੀਤਾ, ਜਿਸ 'ਚੋਂ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ।
ਐਸਜੀਪੀਸੀ 15 ਨਵੰਬਰ 1920 ਨੂੰ ਹੋਂਦ 'ਚ ਆਈ। ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਮਾਨਤਾ 1925 'ਚ ਮਿਲੀ। ਸਿੱਖ ਗੁਰਦੁਆਰਾ ਐਕਟ 1925 ਰਾਹੀਂ ਮਾਨਤਾ ਦਿੱਤੀ ਗਈ। ਅੰਗਰੇਜ਼ ਹਕੂਮਤ ਵੱਲੋਂ ਐਸਜੀਪੀਸੀ ਨੂੰ ਮਾਨਤਾ ਦਿੱਤੀ ਗਈ ਸੀ। ਗੁਰੂ ਘਰਾਂ ਦਾ ਪ੍ਰਬੰਧ ਮਹੰਤਾਂ ਹੱਥੋਂ ਕੱਢਣ ਦੇ ਲਈ ਐਸਜੀਪੀਸੀ ਹੋਂਦ 'ਚ ਆਈ। ਮਹੰਤਾਂ ਹੱਥੋਂ ਪ੍ਰਬੰਧ ਖੋਹ ਕੇ ਐਸਜੀਪੀਸੀ ਨੇ ਆਪਣੇ ਹੱਥਾਂ 'ਚ ਲਿਆ। ਗੁਰਦੁਆਰਿਆਂ ਨੂੰ ਬਚਾਉਣ ਦੇ ਲਈ ਕਈ ਕੁਰਬਾਨੀਆਂ ਵੀ ਹੋਈਆਂ। ਐਸਜੀਪੀਸੀ ਵੱਲੋਂ ਕਈ ਮੋਰਚੇ ਵੀ ਲਗਾਏ ਗਏ। ਮੋਰਚੇ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਚਲਾਏ ਗਏ ਸਨ। ਸੈਂਕੜੇ ਸਿੱਖ ਲੀਡਰਾਂ ਨੇ ਜੇਲ੍ਹਾਂ ਕੱਟੀਆਂ ਤੇ ਸ਼ਹਾਦਤਾਂ ਦਿੱਤੀਆਂ। ਐਸਜੀਪੀਸੀ ਕਮੇਟੀ ਬਣਨ ਵੇਲੇ ਇਸ ਦਾ ਘੇਰਾ ਸਮੁੱਚੇ ਪੰਜਾਬ ਤੱਕ ਸੀ। ਪਾਕਿਸਤਾਨ ਦਾ ਪੰਜਾਬ ਵੀ ਇਸ ਘੇਰੇ 'ਚ ਆਉਂਦਾ ਸੀ। 1947 ਦੀ ਦੇਸ਼ ਵੰਡ ਦੇ ਨਾਲ 178 ਦੇ ਕਰੀਬ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ। ਆਜ਼ਾਦੀ ਬਾਅਦ ਪੰਜਾਬ ਦੀ ਦੂਜੀ ਵੰਡ 1966 'ਚ ਹੋਈ। ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਹੋਂਦ 'ਚ ਆਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੰਤਰਰਾਜੀ ਸੰਸਥਾ ਬਣਾ ਦਿੱਤਾ ਗਿਆ। ਸੰਸਥਾ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਸੀ। 1966 ਤੋਂ ਬਾਅਦ ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਹੱਥਾਂ 'ਚ ਚਲੀ ਗਈ। ਇਸੇ ਲਈ ਪੰਜਾਬ ਤੋਂ ਬਾਹਰ ਵੱਖ-ਵੱਖ ਕਮੇਟੀਆਂ ਬਣੀਆਂ। ਦਿੱਲੀ, ਪਟਨਾ, ਨੰਦੇੜ ਸਾਹਿਬ ਤੇ ਜੰਮੂ ਕਸ਼ਮੀਰ 'ਚ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ 'ਚ ਭਾਰਤ ਦੀ ਪਹਿਲੀ ਵੋਟਾਂ ਨਾਲ ਚੁਣੀ ਜਾਣ ਵਾਲੀ ਧਾਰਮਿਕ ਸੰਸਥਾ ਹੈ। ਨਿਰਸੰਦੇਹ ਸਿੱਖਾਂ ਦੀ ਇਹ ਸਮਰੱਥ ਸੰਸਥਾ ਆਪਣੇ ਖੇਤਰ 'ਚ ਪ੍ਰਭੂਸੱਤਾ ਸੰਪੰਨ ਮੰਨੀ ਜਾਂਦੀ ਹੈ, ਪਰ ਇਸ ਦੇ ਅਧਿਕਾਰ ਖੇਤਰ, ਚੋਣ ਤੇ ਕਾਰਜ ਪ੍ਰਣਾਲੀ ਭਾਰਤ ਦੇ ਸੰਵਿਧਾਨ ਤਹਿਤ ਹੀ ਨਿਰਧਾਰਤ ਹੁੰਦੀ ਹੈ। ਇਸ ਦੀਆਂ 5 ਸਾਲ ਬਾਅਦ ਆਮ ਚੋਣਾਂ ਹੁੰਦੀਆਂ ਨੇ, ਜਦਕਿ ਹਰ ਸਾਲ ਪ੍ਰਧਾਨਗੀ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਹੁੰਦੀ ਹੈ। ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਕੁੱਲ 120 ਹਲਕਿਆਂ ਤੋਂ 170 ਮੈਂਬਰਾਂ ਦੀ ਚੋਣ ਵੋਟਾਂ ਦੁਆਰਾ ਕੀਤੀ ਜਾਂਦੀ ਹੈ। ਵੋਟਾਂ ਨਾਲ ਚੁਣੇ ਗਏ 170 ਮੈਂਬਰਾਂ ਤੋਂ ਇਲਾਵਾ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ, ਜਿਨ੍ਹਾਂ 'ਚੋਂ 5 ਪੰਜਾਬ ਦੇ ਅਤੇ 10 ਪੰਜਾਬ ਤੋਂ ਬਾਹਰਲੇ ਸਿੱਖ ਹੁੰਦੇ ਨੇ। ਐਕਟ ਮੁਤਾਬਕ 170 ਮੈਂਬਰਾਂ ਵੱਲੋਂ ਨਾਮਜ਼ਦ ਕੀਤੇ ਜਾਣ ਵਾਲੇ 15 ਮੈਂਬਰਾਂ ਦੀ ਚੋਣ ਵੋਟਾਂ ਦੁਆਰਾ ਕੀਤੀ ਜਾ ਸਕਦੀ ਹੈ, ਪਰ ਆਮ ਤੌਰ ਤੇ ਸਰਬਸੰਮਤੀ ਨਾਲ ਹੀ ਮੈਂਬਰ ਨਾਮਜ਼ਦ ਕਰ ਲਏ ਜਾਂਦੇ ਨੇ। ਉਪਰੰਤ ਸਿੱਖ ਗੁਰਦੁਆਰਾ ਚੋਣ ਕਮਿਸ਼ਨਰ ਦੀ ਸਿਫਾਰਿਸ਼ ਤੇ ਕੇਂਦਰੀ ਗ੍ਰਹਿ ਮੰਤਰਾਲਾ ਗਜ਼ਟ ਨੋਟੀਫਿਕੇਸ਼ਨ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਸ਼੍ਰੋਮਣੀ ਕਮੇਟੀ ਦੇ ਸਦਨ ਦੀ ਪਹਿਲੀ ਇਕੱਤਰਤਾ ਦੇ ਲਈ ਸੂਚਨਾ ਭੇਜਦਾ ਹੈ। ਡਿਪਟੀ ਕਮਿਸ਼ਨਰ 21 ਦਿਨਾਂ ਦੇ ਅੰਦਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਕਰਵਾਉਂਦਾ ਹੈ। ਵੋਟਾਂ ਦੁਆਰਾ ਚੁਣੇ ਗਏ 170 ਮੈਂਬਰ, ਨਾਮਜ਼ਦ 15 ਮੈਂਬਰ ਅਤੇ 5 ਤਖਤਾਂ ਦੇ ਜਥੇਦਾਰ ਸਾਹਿਬਾਨ ਸਣੇ ਦਰਬਾਰ ਸਾਹਿਬ ਦਾ ਇੱਕ ਹੈੱਡ ਗ੍ਰੰਥੀ ਹੁੰਦਾ ਹੈ, ਪਰ ਜਥੇਦਾਰਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ। ਇਸ ਤਰ੍ਹਾਂ ਕੁੱਲ 191 ਮੈਂਬਰੀ ਸ਼੍ਰੋਮਣੀ ਕਮੇਟੀ ਦਾ ਸਦਨ ਇਕੱਤਰ ਹੁੰਦਾ ਹੈ। ਅਜੋਕੇ ਸਮੇਂ 'ਚ ਭਾਵੇਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਠਪੁਤਲੀ ਸੰਸਥਾ ਕਿਹਾ ਜਾਂਦਾ ਹੈ, ਪਰ ਆਪਣੇ ਸ਼ੁਰੂਆਤੀ ਦੌਰ 'ਚ ਸ਼੍ਰੋਮਣੀ ਕਮੇਟੀ ਦਾ ਇਹ ਰੌਸ਼ਨ ਤੱਥ ਹੈ ਕਿ ਸਿੱਖਾਂ ਨੇ ਕਦੇ ਵੀ ਆਪਣੇ ਪਵਿੱਤਰ ਗੁਰਧਾਮਾਂ ਤੇ ਸਰਕਾਰੀ ਪ੍ਰਬੰਧ ਤੇ ਦਖਲ ਨੂੰ ਬਰਦਾਸ਼ਤ ਨਹੀਂ ਕੀਤਾ। ਸਰਦਾਰ ਸੁੰਦਰ ਸਿੰਘ ਮਜੀਠੀਆ ਪਹਿਲੇ ਪ੍ਰਧਾਨ ਥਾਪੇ ਗਏ ਸਨ ਤੇ ਮੌਜੂਦਾ ਸਮੇਂ 'ਚ ਹਰਜਿੰਦਰ ਸਿੰਘ ਧਾਮੀ ਕਮਾਨ ਸੰਭਾਲ ਰਹੇ ਨੇ। ਗੁਰਚਰਨ ਸਿੰਘ ਟੌੜਾ ਐਸਜੀਪੀਸੀ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਰਹੇ। ਗੁਰਚਰਨ ਸਿੰਘ ਟੌੜਾ ਨੇ 27 ਸਾਲ ਮਹਾਨ ਸੰਸਥਾ ਦੀ ਅਗਵਾਈ ਕੀਤੀ। ਮਾਸਟਰ ਤਾਰਾ ਸਿੰਘ ਕਰੀਬ 16 ਸਾਲ ਐਸਜੀਪੀਸੀ ਦੇ ਪ੍ਰਧਾਨ ਰਹੇ। ਅਵਤਾਰ ਸਿੰਘ ਮੱਕੜ ਨੂੰ ਵੀ ਕਰੀਬ 11 ਸਾਲ ਸੰਸਥਾ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ। ਸੰਤ ਚੰਨਨ ਸਿੰਘ 2 ਅਕਤੂਬਰ 1962 ਤੋਂ 3 ਨਵੰਬਰ 1972 ਤੱਕ ਕਰੀਬ 10 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਬਾਬਾ ਖੜਕ ਸਿੰਘ ਨੂੰ ਵੀ ਕਰੀਬ 5 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਜਗੀਰ ਕੌਰ ਇਕਲੌਤੀ ਮਹਿਲਾ ਹੈ ਜੋ ਐਸਜੀਪੀਸੀ ਦੇ ਪ੍ਰਧਾਨ ਬਣੇ ਨੇ। ਅੱਜ ਸ਼੍ਰੋਮਣੀ ਕਮੇਟੀ ਵਿਸ਼ਵ ਦੀ ਇੱਕੋ ਇੱਕ ਅਜਿਹੀ ਧਾਰਮਿਕ ਸੰਸਥਾ ਹੈ ਜੋ ਕਿਸੇ ਦੇਸ਼ 'ਚ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਚਲਾਉਣ ਦੇ ਲਈ ਉਸ ਧਰਮ ਦੇ ਪੈਰੋਕਾਰਾਂ ਵੱਲੋਂ ਵੋਟਾਂ ਨਾਲ ਚੁਣੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਕਾਰਜਾਂ 'ਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਤੋਂ ਇਲਾਵਾ ਗੁਰਦੁਆਰਿਆਂ ਦੀ ਨਵ ਉਸਾਰੀ ਤੇ ਨਵ ਨਿਰਮਾਣ, ਸਰਾਵਾਂ ਦਾ ਢੁਕਵਾਂ ਪ੍ਰਬੰਧ ਕਰਨਾ, ਸਿੱਖ ਵਿਰਸੇ ਤੇ ਵਿਰਾਸਤਾਂ ਨੂੰ ਸੰਭਾਲਣਾ ਹੈ। ਫਿਲਹਾਲ ਦੇ ਲਈ ਇਹਨਾਂ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।